ਜਗਤਾਰ ਜਗਤਾਰ ਬੇਟਾ ਤਾਂ ਜਾਣਦਾ ਤੁਹਾਨੂੰ ਇਧਰ ਨਹੀਂ ਹਟ ਹਾਂ ਬੜੀ ਉੱਥੋਂ ਪੈਨ ਕਰਦਾ ਕਰਦਾ ਜੀ ਫਿਰ ਮੈਂ ਇੱਥੇ ਆ ਜਾਗੜੇ। ਕਿਸਾਨ ਜਥੇਬੰਦੀਆਂ ਵੱਲੋਂ ਅੱਜ ਜਿਹੜਾ ਦੇਸ਼ ਭਰ 'ਚ ਚੱਕਾ ਜਾਮ ਦਾ ਫੈਸਲਾ ਕੀਤਾ ਗਿਆ ਉਸ ਨੂੰ ਭਰਵਾਂ ਹੰਗਾਰਾ ਮਿਲਿਆ ਕਿਉਂਕਿ ਮਸਲਾ ਨਸਲ ਤੇ ਫਸਲ ਦਾ। ਮੋਹਾਲੀ ਵਿਖੇ ਇਹ ਇਸ ਸਮੇਂ ਦਾਰਾ ਸਟੂਡੀਓ ਚੌਂਕ ਆ, ਉੱਥੇ ਕਿਸਾਨਾਂ ਵੱਲੋਂ, ਕਿਸਾਨ ਸੰਘਰਸ਼ ਕਮੇਟੀ ਵੱਲੋਂ, ਕਿਸਾਨਾਂ ਦੇ ਹਮਾਇਤੀਆਂ ਵੱਲੋਂ, ਕਿਸਾਨਾਂ ਦੇ ਸਮਰਥਕਾਂ ਵੱਲੋਂ ਇਹ ਚੌਂਕ ਤੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਧਰਨੇ ਦਾ ਚੱਕਾ ਜਾਮ ਦਾ ਐਲਾਨ ਕੀਤਾ ਗਿਆ ਸੀ ਉਹ ਇਸ ਟਾਈਮ ਚੱਲ ਰਿਹਾ ਗਿਆ। ਕਿਉਂਕਿ ਸਭ ਤੋਂ ਵੱਡੀ ਗੱਲ ਆ ਕਿ ਸੈਂਟਰ ਸਰਕਾਰ ਲਗਾਤਾਰ ਕਿਸਾਨਾਂ ਦਾ ਇਲਜ਼ਾਮ ਆ ਕਿ ਜਿੱਦ ਤੇ ਅੜੀ ਹੋਈ ਆ ਸੈਂਟਰ ਸਰਕਾਰ ਬੱਜੇ ਦਾ, ਲੇਕਿਨ ਕਿਸਾਨਾਂ ਦਾ ਇੱਕੋ ਮੰਨਣਾ ਪਿਛਲੇ 3 ਮਹੀਨਿਆਂ ਤੋਂ ਕਿ ਜਦ ਤੱਕ ਜਿਹੜੇ ਬਿੱਲ ਆ ਉਹ ਵਾਪਸ ਨਹੀਂ ਹੁੰਦੇ ਤਦ ਤੱਕ ਉਹਨਾਂ ਦਾ ਸੰਘਰਸ਼ ਚੱਲਦਾ ਰਹੇਗਾ। ਚਾਹੇ ਸੰਘਰਸ਼ ਦੇ ਰੂਪ ਬਦਲ ਸਕਦੇ ਨੇ ਪਰ ਜਿਹੜਾ 3 ਘੰਟੇ ਤੋਂ ਬਾਅਦ ਚੱਕਾ ਦਾ ਐਲਾਨ ਕੀਤਾ ਗਿਆ, ਦੇਖ ਸਕਦੇ ਕਿ ਜਿਹੜੇ ਐਂਬੂਲੈਂਸ ਜਾਂ ਹੋਰ ਜਿਹੜੀਆਂ ਸੇਵਾਵਾਂ ਨੇ ਐਮਰਜੈਂਸੀ ਉਹਨਾਂ ਨੂੰ ਬਿਨਾਂ ਕਿਸੇ ਰੋਕ ਟੋਕ ਤੋਂ ਜਾਣ ਦਿੱਤਾ ਜਾ ਰਿਹਾ। ਹਾਲਾਂਕਿ ਅੱਜ ਕਈ ਵਿਦਿਆਰਥੀਆਂ ਦੇ ਟੈਸਟ ਵੀ ਆ ਗਿਆ ਸੀ, ਪੇਪਰ ਸੀ, ਉਹਨਾਂ ਨੂੰ ਵੀ ਜਾਣ ਦਿੱਤਾ ਗਿਆ। ਇਸ ਟਾਈਮ ਦੇ ਤਕਰੀਰਾਂ ਵੀ ਚੱਲ ਰਹੀਆਂ ਕਿਉਂਕਿ ਤਕਰੀਰਾਂ ਦੇ ਰਾਹੀਂ ਸੈਂਟਰ ਸਰਕਾਰ ਨੂੰ ਇਹ ਚੇਤਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਤਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਸੈਂਟਰ ਸਰਕਾਰ ਨੇ ਬਿੱਲ ਪਾਸ ਕੀਤੇ ਨੇ ਉਹ ਚਾਹੇ ਅੱਜ ਕੁਝ ਲੋਕਾਂ ਨੂੰ ਚੰਗੇ ਲੱਗਦੇ ਹੋਣੇ ਲੇਕਿਨ ਭਵਿੱਖ ਦੇ ਵਿੱਚ ਉਹ ਬਿੱਲ ਇੰਨੇ ਖਤਰਨਾਕ ਹੋਣਗੇ ਕਿ ਜਿਹੜਾ ਅੱਜ ਕਣਕ 25 ਰੁਪਏ ਮਿਲਦੀ ਆ ਆਉਣ ਵਾਲੇ ਸਮੇਂ 'ਚ 100 ਰੁਪਏ ਵਿਕ ਸਕਦੀ। ਕਿਉਂਕਿ ਕਿਸਾਨਾਂ ਦਾ ਇਲਜ਼ਾਮ ਆ ਕਿ ਇਹ ਜਿਹੜੇ ਬਿੱਲ ਨੇ ਇਹ ਅਡਾਨੀਆਂ ਵਾਸਤੇ, ਅੰਬਾਨੀਆਂ ਵਾਸਤੇ ਲੈ ਕੇ ਆਏ ਨੇ, ਦੇਸ਼ ਵਾਸਤੇ ਲੈ ਕੇ। ਔਰ ਦੇਖ ਸਕਦੇ ਕਿ ਇਸ ਸੰਘਰਸ਼ ਦੇ ਵਿੱਚ ਚਾਹੇ ਨੌਜਵਾਨ ਚਾਹੇ ਬਜ਼ੁਰਗ ਔਰ ਛੋਟੇ ਛੋਟੇ ਬੱਚੀਆਂ ਵੀ ਸੰਬੋਧਨ ਕਰ ਰਹੀਆਂ ਕਿਉਂਕਿ ਮਸਲਾ ਨਸਲ ਦਾ। ਜੇ ਅੱਜ ਸਾਡੇ ਕੋਲ ਫਸਲਾਂ ਨਾ ਰਹੀ ਤਾਂ ਫਿਰ ਸਾਡੇ ਕੋਲ ਨਸਲ ਵੀ ਨਹੀਂ ਰਹਿਣੀ। ਔਰ ਇਸ ਸੰਘਰਸ਼ ਦੇ ਵਿੱਚ ਚਾਹੇ ਪੰਜਾਬ ਹੋਵੇ, ਚਾਹੇ ਹਰਿਆਣਾ ਹੋਵੇ, ਚਾਹੇ ਯੂਪੀ ਹੋਵੇ, ਜਿੱਥੇ ਜਿੱਥੇ ਵੀ ਕਿਸਾਨਾਂ ਵੱਲੋਂ, ਕਿਸਾਨਾਂ ਦੇ ਸਮਰਥਕਾਂ ਵੱਲੋਂ, ਹਮਾਇਤੀਆਂ ਵੱਲੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਆ, ਉਹ ਆਵਾਜ਼ ਬੁਲੰਦ ਹੋ ਰਹੀ ਆ। ਹਾਲਾਂਕਿ ਕੱਲ੍ਹ ਜਿਸ ਤਰ੍ਹਾਂ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੱਲੋਂ ਜਿੱਦਾਂ ਦਾ ਭਾਸ਼ਣ ਦਿੱਤਾ ਗਿਆ ਹੈਗਾ ਉਹਨੂੰ ਲੈ ਕੇ ਵੀ ਕਿਸਾਨ ਕਾਫੀ ਖਫਾ ਨੇ ਕਿ ਉਹਨਾਂ ਦਾ ਇਹੀ ਕਿ ਕਿਸਾਨ ਦੇ ਨਾਲ ਮੀਟਿੰਗ ਹੋਈ ਹੈ ਲੇਕਿਨ ਮੀਟਿੰਗ ਦੇ ਵਿੱਚ ਕਿਸਾਨ ਬਿੱਲਾਂ ਦੇ ਵਿੱਚ ਖਮੀਆਂ ਨਹੀਂ ਦੱਸ ਸਕੇ। ਲੇਕਿਨ ਕਿਸਾਨ ਹਮੇਸ਼ਾ ਦੱਸ ਰਹੇ ਕਿ ਬਿੱਲ ਖਮੀਆਂ ਦੇ ਨਾਲ ਹੀ, ਖਾਮੀਆਂ ਦੇ ਨਾਲ ਹੀ ਭਰਿਆ ਪਿਆ ਹੈਗਾ ਤੇ ਬਿੱਲ ਵਾਪਸ ਹੋਣੇ ਚਾਹੀਦੇ। ਇੱਥੇ ਜਿਹੜੇ ਹਾਜ਼ਰੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ। ਇਸ ਟਾਈਮ ਸਾਡੇ ਨਾਲ ਜੋਗਾ ਸਿੰਘ ਜੀ ਨੇ, ਪੇਂਡੂ ਸੰਘਰਸ਼ ਕਮੇਟੀ ਦੇ ਆਗੂ, ਉਹਨਾਂ ਦੇ ਨਾਲ ਗੱਲਬਾਤ ਕਰਦੇ। ਕੀ ਲੱਗਦਾ ਜੀ, ਬਹੁਤ ਲੰਮਾ ਸੰਘਰਸ਼ ਹੋ ਗਿਆ, ਸਰਕਾਰ ਦੱਸ ਹੀ ਦਿੱਤਾ ਹੈਗਾ ਜੀ। ਹਮੇਸ਼ਾ ਹੀ ਹੁੰਦਾ ਨਾ ਜਿਹੜਾ ਹੱਕੀ ਸੰਘਰਸ਼ ਹੈ ਨਾ ਇਹ ਆਸਾਨੀ ਨਾਲ ਨਹੀਂ ਮਿਲਦਾ, ਕਦੇ ਵੀ ਨਹੀਂ ਮਿਲਿਆ, ਇਤਿਹਾਸ ਗਵਾਹ ਹੈ। ਉਸ ਵਾਸਤੇ ਕੁਰਬਾਨੀਆਂ ਵੀ ਲੈਣੀ ਪੈਂਦੀਆਂ, ਬੜਾ ਸਟੈਮਨਾ ਵੀ ਰੱਖਣਾ ਪੈਂਦਾ ਹੈ ਤਾਂ ਕਿ ਲੰਬਾ ਸੰਘਰਸ਼ ਦੇ ਸਕੀਏ। ਪਰ ਕੁਰਬਾਨੀਆਂ ਤੇ ਹੋ ਹੀ ਗਈਆਂ ਜੀ, 200 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਨੇ ਜੀ। ਮੇਰੇ ਖਿਆਲ ਇਹ ਐਂਡ ਨਹੀਂ ਹੈਗਾ, ਪਤਾ ਨਹੀਂ ਕਿੰਨੇ ਨੂੰ ਸ਼ਹੀਦੀ ਪ੍ਰਾਪਤ ਕਰਨੀ ਪੈਣੀ ਹੈ ਕਿਉਂਕਿ ਮੈਂ ਸਮਝਦਾ ਇਹ ਲੜਾਈ ਪਿਛਲੇ 100 ਸਾਲਾਂ 'ਚ ਔਰ ਆਉਣ ਵਾਲੇ ਸਮੇਂ 'ਚ ਸ਼ਾਇਦ ਇਹ ਆਖਰੀ ਲੜਾਈ ਹੋਵੇ ਕਿਉਂਕਿ ਇਹ ਲੜਾਈ ਫੈਸਲਾ ਕੁੰਨ ਹੈ, ਸਰਵਾਈਵ ਕਰਨ ਦੀ ਲੜਾਈ ਆ। ਕਿਸਾਨਾਂ ਦੀ, ਮਜ਼ਦੂਰਾਂ ਦੀ, ਆਮ ਹਿੰਦੁਸਤਾਨ ਦੀ ਜਨਤਾ ਦੀ ਸਰਵਾਈਵ ਕਰਨ ਦੀ ਲੜਾਈ ਹੈ ਕਿਉਂਕਿ ਸਰਵਾਈਵ ਨਹੀਂ ਕਰ ਸਕਣਗੇ ਆਮ ਲੋਕ ਕਿਉਂਕਿ ਇੱਥੇ ਜ਼ਿਆਦਾ ਗਿਣਤੀ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲਿਆਂ ਦੀ ਜਿਨ੍ਹਾਂ ਨੂੰ ਸੌਖੀ ਤਰੀਕੇ ਨਾਲ ਇੱਥੇ ਖਾਣ ਨੂੰ ਰੋਟੀ ਮਿਲ ਜਾਂਦੀ ਆ। ਇਹ ਲੜਾਈ ਫਿਰ ਸਾਮਰਾਜਵਾਦ ਤੇ ਸਮਾਜ ਲਫ਼ਜ਼ਾਂ 'ਚ ਤਾਂ ਇਹੀ ਹੈ ਕਿ ਇਹ ਲੜਾਈ ਸਰਮਾਏਦਾਰ ਦੀ, ਅਜ਼ਾਰੇਦਾਰ ਦੀ ਔਰ ਆਮ ਲੋਕਾਂ ਦੀ ਲੜਾਈ ਹੈ। ਸੈਂਟਰ ਸਰਕਾਰ ਤਾਂ ਲੱਗਦਾ ਕਿ ਵਾਰ-ਵਾਰ ਜਿਸ ਤਰ੍ਹਾਂ ਕੱਲ੍ਹ ਉੱਥੇ ਭਾਸ਼ਣ ਹੋਏ ਨੇ ਕਿ ਅੰਗਰੇਜ਼ਾਂ ਨੂੰ ਝੁਕਣਾ ਪਿਆ, ਟਰਕੀਆਂ ਨੂੰ ਝੁਕਣਾ ਪਿਆ, ਮੁਗਲਾਂ ਨੂੰ ਝੁਕਣਾ ਪਿਆ। ਇਹ ਸਰਕਾਰ ਤੇ ਦਮ ਹੀ ਬਹੁਤ ਰੱਖਦੀ ਕਹਿੰਦੇ। ਨਹੀਂ, ਦਮ ਕਾਹਦਾ ਰੱਖਦੀ ਹੈ, ਦਮ ਦਿਖਾਉਂਦੀ ਹੈ ਵੀ ਅਸੀਂ ਸਾਡੇ 'ਚ ਬਹੁਤ ਦਮ ਹੈ ਜਦ ਕਿ ਸਰਕਾਰ ਤਾਂ ਹਿੱਲੀ ਪਈ ਆ। ਇੱਕ ਟਵੀਟ ਕਰਿਆ ਰਿਆਨਾ ਨੇ, ਇੱਕ ਟਵੀਟ ਕਰਿਆ ਸਵੀਡਨ ਦੀ ਲੜਕੀ ਨੇ, ਤਨਬਰਗ ਨੇ, ਉਹਨਾਂ ਨਾਲ ਦੋਵਾਂ ਨਾਲ ਹਿੱਲ ਗਈ। ਇਹਨਾਂ ਦੇ ਅਨਾਉਂਸਮੈਂਟ ਕਰੀ ਆ ਆਪਣੇ ਚੈਨਲਾਂ ਤੋਂ, ਜਿਹੜੇ ਇਹਨਾਂ ਦੇ ਸਰਕਾਰੀ ਚੈਨਲ ਹੈ, ਵੀ ਤੁਸੀਂ ਵੱਧ ਤੋਂ ਵੱਧ ਟਵੀਟ ਕਰੋ, ਸਾਰੇ ਹਿੰਦੁਸਤਾਨੀ, ਸਾਰੇ ਸੈਲੀਬ੍ਰਿਟੀ ਟਵੀਟ ਕਰੋ
ਤਾਂ ਕਿ ਉਸ ਟਵੀਟ ਦਾ ਮੁਕਾਬਲਾ ਕਰਿਆ ਜਾਵੇ। ਇੱਕ ਟਵੀਟ ਨਾਲ ਜਿਹੜੀ ਸਰਕਾਰ ਇੰਨੀ ਘਬਰਾ ਜਾਂਦੀ ਹੈ, ਤੁਸੀਂ ਉਹਨੂੰ ਮਜ਼ਬੂਤ ਸਰਕਾਰ ਕਿੰਨੀ ਕੁ ਸਮਝਦੇ ਹੋ? ਤੁਸੀਂ ਕਹਿ ਰਹੇ ਹੋ ਸਰਕਾਰ ਹਿੱਲ ਗਈ, ਪਰ ਉਹਨਾਂ ਦੇ ਧਰਤੀ 'ਚ ਕਿੱਲ ਗੱਡਦੇ, ਜਿਸ ਧਰਤੀ ਤੇ ਕਿਸਾਨ ਅਨਾਜ ਪਾਉਂਦਾ ਹੈਗਾ, ਕਣਕ ਝੋਨਾ ਜਿੰਨੀਆਂ ਵੀ ਫਸਲ ਉੱਥੇ ਨੂੰ ਕਿੱਲ ਗੱਡ ਰਹੇ ਨੇ। ਜਿਹੜੇ ਕਿੱਲ ਲੋਕਾਂ ਦੇ ਮਾਨਸਿਕਤਾ 'ਚ ਗੱਡੇ ਗਏ ਨਾ, ਉਹ ਕਿੱਲ ਕਿਸੇ ਨੂੰ ਨਜ਼ਰ ਨਹੀਂ ਆਉਂਦੇ। ਜਿਹੜੇ ਸੜਕਾਂ 'ਤੇ ਗੱਡੇ ਆ ਨਾ, ਉਹ ਤਾਂ ਦੇਖ ਰਹੇ ਆ, ਦੁਨੀਆ ਦੇਖ ਰਹੀ ਹੈ, ਟੀਵੀ ਦਿਖਾ ਰਿਹਾ, ਪਰ ਲੋਕਾਂ ਦੀ ਇਹ ਕਿੱਲ ਸੜਕਾਂ ਤੇ ਨਹੀਂ ਗੱਡੇ ਗਏ, ਲੋਕਾਂ ਦੀ ਮਾਨਸਿਕਤਾ 'ਚ ਗੱਡੇ ਜਾ ਰਹੇ ਆ। ਲੋਕ ਸਮਝ ਰਹੇ ਆ ਇਹਨਾਂ ਸਰਕਾਰਾਂ ਨੂੰ ਵੀ ਇਹ ਕਿਸ ਤਰੀਕੇ ਨਾਲ ਲੋਕ ਰੋਹ ਨੂੰ ਹੈਂਡਲ ਕਰਨਾ ਚਾਹ ਰਹੀ ਆ, ਜਦ ਕਿ ਚੁਣੀ ਸਰਕਾਰ ਦਾ ਇਸ ਤਰ੍ਹਾਂ ਦਾ ਤਰੀਕਾ ਨਹੀਂ ਹੋਣਾ ਚਾਹੀਦਾ। ਉਹਨਾਂ ਦਾ ਤਰੀਕਾ ਹੋਣਾ ਚਾਹੀਦਾ ਲੋਕਾਂ ਨੂੰ ਪੁੱਛ ਕੇ, ਸਲਾਹ ਕਰਕੇ। ਹੁਣ ਕੱਲ ਤੋਮਰ ਬੋਲਿਆ ਜਿਹੜੀ ਗੱਲ, ਮੈਂ ਉਹਦੇ ਪਰ ਬੋਲਣਾ ਚਾਹੁੰਦਾ। ਇੱਕ ਪਾਸੇ ਤੋਮਰ ਕਹਿੰਦਾ ਵੀ ਜਿੰਨੀ ਮਰਜ਼ੀ ਅਮੈਂਡਮੈਂਟਾਂ ਕਰ ਲਓ, ਅਸੀਂ ਤੁਹਾਡੇ ਨਾਲ ਸਹਿਮਤ ਆ। ਇੱਕ 'ਚ ਨਹੀਂ, 9-10 ਮੀਟਿੰਗਾਂ 'ਚ ਉਹਨੇ ਇਹੀ ਗੱਲ ਕਹੀ ਆ। ਕੱਲ ਉਹ ਫੇਰ ਅਲਾਪ ਜਾਂਦਾ, ਕਹਿੰਦਾ ਕਾਨੂੰਨਾਂ 'ਚ ਮੈਨੂੰ ਦੱਸੋ ਤਾਂ ਸਹੀ ਮਾੜਾ ਕੀ ਆ, ਦੱਸੋ ਉਸ ਬੰਦੇ ਦਾ। ਮੈਂ ਤਾਂ ਹੈਰਾਨ ਹੈ ਵੀ ਉਹ ਮਿਨਿਸਟਰ ਲੈਵਲ ਦਾ ਬੰਦਾ ਆ ਔਰ ਰਾਜ ਸਭਾ 'ਚ ਬੋਲ ਰਿਹਾ। ਉਹ ਕਿਹੜੀ ਜ਼ਿੰਮੇਵਾਰੀ ਨਾਲ ਬੋਲ ਰਿਹਾ? ਇੱਕ ਪਾਸੇ ਤੂੰ ਮੰਨਦਾ ਆ ਵੀ ਅਮੈਂਡਮੈਂਟਾਂ ਕਰਨੀ ਚਾਹੀਦੀਆਂ, ਇਹਦੇ 'ਚ ਇਹ ਕੁਝ ਗਲਤ ਹੋ ਗਿਆ ਸਾਡੇ ਤੋਂ, ਦੂਸਰੇ ਪਾਸੇ ਤੂੰ ਕਹਿ ਰਿਹਾ ਇਹ ਤਾਂ ਚੰਗਾ ਆ, ਇਹ ਤਾਂ ਤੁਹਾਡੇ ਵਾਸਤੇ। ਉਹਨਾਂ ਦਾ ਰਵੱਈਆ ਤੇ ਸ਼ੋਅ ਹੋ ਗਿਆ ਨਾ ਜੀ ਕਿ ਬਿੱਲ ਵਾਪਸ ਨਹੀਂ ਹੋਣੇ। ਉਹਨਾਂ ਦਾ ਰਵੱਈਆ ਤਾਂ ਪਹਿਲਾਂ ਵੀ ਸ਼ੋਅ ਹੈ ਔਰ ਕੋਈ ਉਹਨਾਂ ਦਾ ਰਵੱਈਆ ਸ਼ੋਅ ਨਹੀਂ। ਇੱਕ ਪਾਸੇ ਪ੍ਰਾਈਮ ਮਿਨਿਸਟਰ ਐਂ ਵੀ ਕਹਿ ਰਿਹਾ, ਕਹਿੰਦਾ ਸਾਡਾ ਤਾਂ ਸਮਝੌਤਾ ਇੱਕ ਟੈਲੀਫੋਨ ਕਾਲ ਦੇ ਦੂਰ ਹੈ। ਇੱਕ ਪਾਸੇ ਤੁਸੀਂ ਕਹਿੰਦੇ ਆ ਤੁਹਾਡੇ ਫਾਇਦੇ ਦੀ ਚੀਜ਼ ਹੈ। ਮਤਲਬ ਸਰਕਾਰ ਦੋਗਲੀ ਬੋਲੀ ਬੋਲ ਰਹੀ ਆ ਔਰ ਦੋਹਰਾ ਮਿਆਰ ਰੱਖ ਰਹੀ ਆ। ਕੋਈ ਮਤਲਬ ਇਹ ਤੋਂ ਸਰਕਾਰ ਦੀ ਕੋਈ ਚੰਗੀ ਛਵੀ ਨਹੀਂ ਜਾ ਰਹੀ। ਪੂਰੇ ਦੁਨੀਆ 'ਚ ਸਰਕਾਰ ਦਾ ਅਕਸ ਮਾੜਾ ਹੁੰਦਾ ਜਾ ਰਿਹਾ ਦਿਨ ਪਰ ਦਿਨ। ਪਰ ਤਾਂ ਲੱਗਦਾ ਕਿ ਹੁਣ ਇੱਕ ਤੇ ਉਹ ਕਹਿ ਰਹੇ ਕਿ ਕੋਈ ਖਾਮੀਆਂ ਨਹੀਂ ਜੀ, ਦੱਸ ਨਹੀਂ ਪਾਏ। ਹੁਣ ਦੂਜੇ ਪਾਸੇ ਕਹਿ ਰਹੇ ਕਿ ਪੰਜਾਬ ਦੀ ਪ੍ਰੋਬਲਮ ਹੈ, ਬਾਕੀ ਲੋਕਾਂ ਦੀ ਪ੍ਰੋਬਲਮ ਨਹੀਂ ਹੈਗੀ। ਜਦ ਕਿਸਾਨਾਂ ਲੀਡਰਾਂ ਨਾਲ ਡਿਸਕਸ ਕਰੀ ਹੈ, ਉਹਦੇ 'ਚ ਮੰਨੇ ਆ ਵੀ ਹਾਂ ਇਹਦੇ 'ਚ ਇੰਨੀਆਂ ਖਾਮੀਆਂ ਵੀ 20 ਹੋਵੇ ਤਾਂ 18 ਉਹਦੇ 'ਚ ਖਾਮੀਆਂ। ਫਿਰ ਤੁਸੀਂ ਖਾਮੀਆਂ ਖੁਦ ਮੰਨ ਕੇ ਫਿਰ ਤੁਸੀਂ ਕਹਿ ਰਹੇ ਹੋ ਖਾਮੀ ਕੋਈ ਨਹੀਂ ਹੈਗੀ। ਖਾਮੀ ਤਾਂ ਸਾਰੀਆਂ ਹੀ ਆ, ਦੱਸੋ ਕਿਹੜੀ ਖਾਮੀ ਨਹੀਂ ਹੈਗੀ? APMC ਨੂੰ ਬੰਦ ਕਰਨ ਦੀ ਖਾਮੀ ਨਹੀਂ ਹੈਗੀ। ਜਦ APMC ਮੰਡੀ ਨਹੀਂ ਰਹੂਗੀ ਤਾਂ ਕਿਸਾਨ ਦੀ ਫਸਲ ਰੁਲੇਗੀ। ਦੂਸਰੇ ਪਾਸੇ ਤੁਸੀਂ ਇੱਕ ਕਾਨੂੰਨ ਪਹਿਲਾਂ ਬਣਿਆ ਸੀ ਵੀ ਕੋਈ ਸਟੋਰ ਨਹੀਂ ਕਰ ਸਕਦਾ, ਉਹਦੀ ਲਿਮਟ ਹੈ। ਸਰਕਾਰ ਨੂੰ ਪਤਾ ਹੋਣਾ ਚਾਹੀਦਾ ਕਿੰਨਾ ਕਿਸੇ ਦੇ ਸਟੋਰ 'ਚ ਕਿੰਨਾ ਮਾਲ ਪਿਆ। ਹੁਣ ਤੁਸੀਂ ਖੁੱਲੀ ਛੁੱਟੀ ਦੇ ਰਹੇ ਹੋ ਵੀ ਜਿੰਨਾ ਮਰਜ਼ੀ ਕਰਦੇ, ਤਾਂ ਲੋਕਾਂ ਨੂੰ ਤੁਸੀਂ ਤਰਸਾਓਗੇ ਹੀ, ਲੋਕਾਂ ਨੂੰ ਖਾਣ ਵਾਲਿਆਂ ਨੂੰ ਵੀ ਤਰਸਾਓਗੇ। ਜਿਨ੍ਹਾਂ ਤੋਂ ਲੈ ਲਿਆ ਉਹਨਾਂ ਦੇ ਸਸਤੇ ਰੇਟ ਨਾਲ ਲੈ ਕੇ, ਕੌਡੀਆਂ ਦੇ ਭਾਅ ਲੈ ਕੇ ਤੁਸੀਂ ਸੋਨੇ ਦੇ ਰੇਟ 'ਚ ਦੇਵੋਗੇ ਚੀਜ਼। ਹੁਣ ਤਾਂ ਇਹ ਤਾਂ ਬੱਚੇ ਨੂੰ ਸਮਝ ਆ ਗਿਆ। ਪਰ ਇੱਕ ਹੋਰ ਗੱਲ ਵੇਖਣ ਨੂੰ ਮਿਲੀ ਕਿ ਕਿਸਾਨ ਕਹਿ ਰਹੇ ਕਿ 3 ਬਿੱਲ ਵਾਪਸ ਹੋਣੇ ਚਾਹੀਦੇ। 200 ਤੋਂ ਵੱਧ ਕਿਸਾਨ ਸ਼ਹੀਦੀਆਂ ਪ੍ਰਾਪਤ ਕਰ ਰਹੇ ਨੇ। 3 ਸ਼ਬਦਾਂ ਦਾ ਟਵੀਟ ਨਹੀਂ ਆਇਆ ਜੀ। ਨਹੀਂ, ਟਵੀਟ ਤੇ ਆਉਣਾ ਵੀ ਨਹੀਂ ਹੈ, ਕਿਉਂਕਿ ਇਹ ਸਰਕਾਰ ਨਾ ਕੁਝ ਹੋਰ ਤਰੀਕੇ ਨਾਲ ਹੀ ਕਰ ਰਹੀ ਹੈ। ਮੇਰਾ ਖਿਆਲ ਇਸ ਤਰ੍ਹਾਂ ਜੇ ਅੰਗਰੇਜ਼ਾਂ ਦੀ ਸਰਕਾਰ ਹੁੰਦੀ ਉਹ ਵੀ ਸ਼ਾਇਦ ਨਾ ਕਰਦੀ। ਇਸ ਸਰਕਾਰ ਦੀ ਆਮ ਲੋਕਾਂ ਨੂੰ ਕੋਈ ਸਮਝ ਨਹੀਂ ਆਉਂਦੀ। ਇਹ ਸਰਕਾਰ ਕਹਿੰਦੀ ਵੀ ਸਾਡੀ ਲੋਕਾਂ ਨੂੰ ਸਮਝ ਨਹੀਂ ਆਉਂਦੀ, ਕਿਉਂਕਿ ਜਦ ਇਹਨੇ ਨੋਟਬੰਦੀ ਕਰੀ, ਜਦ ਵੀ ਕਿਸੇ ਨੂੰ ਨੋਟਬੰਦੀ ਦੀ ਸਮਝ ਨਹੀਂ ਆਈ ਕਿਉਂ ਕਰੀ ਆ। ਕਸ਼ਮੀਰ 'ਚ ਧਾਰਾ 370 ਖਤਮ ਕਰੀ ਤਾਂ ਵੀ ਕਸ਼ਮੀਰ ਦੇ ਲੋਕਾਂ ਨੂੰ ਤਾਂ ਕਮ ਸੇ ਕਮ ਸਮਝ ਨਹੀਂ ਆਈ ਹੈ। ਸਾਰੀ ਜਗ੍ਹਾ ਵਿਰੋਧ ਹੋਇਆ। NRC ਲਾਗੂ ਕਰੀ, CAA ਲਾਗੂ ਕਰਿਆ, ਉਹਦੀ ਕਿਸੇ ਨੂੰ ਸਮਝ ਨਹੀਂ ਆਈ ਵੀ ਕਾਹਦੇ ਪਿੱਛੇ ਲਾਗੂ ਕਰ ਰਹੇ। ਇਸ ਸਰਕਾਰ ਦੀ ਨਾ ਲੋਕਾਂ ਨੂੰ ਸਮਝ ਹੈ ਔਰ ਨਾ ਇਹ ਲੋਕਾਂ ਨੂੰ ਇਹ ਸਮਝਦੇ ਆ। ਇਸ ਸਰਕਾਰ ਦੀ ਬੜੀ ਕਮਜ਼ੋਰੀ ਆ। ਚਲੋ ਇਹ ਸਾਡੇ ਛੋਟੇ ਤੁਸੀਂ ਵੀ ਆਏ ਜੇ, ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਗੁਰਨੂਰ ਕੌਰ ਹੈ। ਤੇ ਗੁਰਨੂਰ ਤੁਸੀਂ ਬੋਲ ਕੇ ਆਏ ਸੀ ਉੱਥੇ, ਕੀ ਕੁਝ ਬੋਲਿਆ ਹੈਗਾ? ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਮੋਦੀ ਜੀ ਨੂੰ ਕਿ ਤੁਸੀਂ 3 ਕਾਲੇ ਕਾਨੂੰਨ ਜਿਹੜੇ ਬਣਾਏ ਹੈ ਨਾ ਖੇਤੀ ਆਡੀਅנס ਦੇ ਬਾਰੇ ਮੈਂ ਪਲੀਜ਼ ਉਹਨਾਂ ਨੂੰ ਛੇਤੀ ਤੋਂ ਛੇਤੀ ਰੱਦ ਕਰੋ। ਤੁਸੀਂ ਇਹ ਇਹਨਾਂ 3 ਕਾਲੇ ਕਾਨੂੰਨਾਂ ਨੂੰ ਰੱਦ ਕਰ ਦੂੰਗੇ ਤਾਂ ਅਸੀਂ ਚਲੇ ਜਾਵਾਂਗੇ ਦਿੱਲੀ ਤੋਂ, ਆਪਣੇ ਖੇਤਾਂ 'ਮੈਂ ਕੰਮ ਕਰੂੰਗੇ। ਮੈਂ
ਕੀ ਨਾਮ ਤੁਹਾਡਾ ਜੀ? ਇਹ ਤੁਸੀਂ ਵੀ ਕੁਝ ਬੋਲਿਆ ਹੈਗਾ, ਕੀ ਕਹਿਣਾ ਚਾਹੋਗੇ? ਮੋਦੀ ਸਰਕਾਰ ਨੇ ਜਿਹੜੇ 3 ਕਾਲੇ ਕਾਨੂੰਨ ਬਣਾਏ ਅਸੀਂ ਉਹ ਰੱਦ ਕਰਵਾਉਣਾ ਹੈ ਤੇ ਜਦ ਤੱਕ 3 ਕਾਲੇ ਕਾਨੂੰਨ ਰੱਦ ਨਹੀਂ ਹੋਣਗੇ ਅਸੀਂ ਦਿੱਲੀ ਦੀ ਸੜਕਾਂ ਤੇ ਡੇਰੇ ਲਾ ਕੇ ਬੈਠੂਗੇ। ਜਿਹੜੇ ਬਾਬਾ ਢੋਲੀ ਜੀ ਵੀ ਇਹ ਵੀ ਇੱਥੇ ਆਏ ਨੇ, ਕੀ ਕਹਿਣਾ ਚਾਹੁੰਦੇ ਹੈਗੇ ਤੁਸੀਂ ਜੀ? ਮੈਂ ਕਹਿੰਦਾ ਜੱਟਾਂ ਦੀ ਹਲਫ ਹੋਵੇ ਜੀ, ਜ਼ਿਮੀਂਦਾਰ ਹਲਫ, ਸਾਡੇ ਜ਼ਮੀਨਾਂ ਨਾ ਜਾਣ ਜੀ। ਤੇ ਬਾਕੀ ਹੁਣ ਆਪਾਂ ਬੱਬੂ ਮਾਨ ਦਾ ਗਾਣਾ ਕਰ ਰਹੇ, ਮੈਂ ਸੁਣਾਵਾਂ ਜੀ। ਹਾਂ ਟੁੱਟ ਗਈਆਂ ਹੋ ਆ ਕੇ ਚੜ ਗਿਆ ਟਾਣਾ, ਜੱਟ ਦੀ ਜੂਨ ਬੁਰੀ, ਤੜਫ ਤੜਫ ਮਰ ਜਾਣਾ, ਜੱਟ ਦੀ ਜੂਨ ਬੁਰੀ, ਤੜਫ ਤੜਫ ਮਰ ਜਾਣਾ। ਦੇਖੋ 3 ਵਜੇ ਹੀ 3 ਵੱਜ ਚੁੱਕੇ ਨੇ ਔਰ ਕਿਸਾਨਾਂ ਨੇ ਕਾਫੀ ਦਿਖਾਇਆ ਹੈਗਾ, ਏਕਾ ਵੀ ਦਿਖਾਇਆ ਹੈਗਾ ਔਰ ਸੁਹਿਰਤਾ ਵੀ ਦਿਖਾਈ ਕਿ ਜਿਹੜਾ 3 ਵਜੇ ਤੱਕ ਹੀ ਹੋਏਗਾ ਔਰ ਜਿਹੜਾ ਰਸਤਾ ਇਹ ਖੋਲ੍ਹ ਦਿੱਤਾ ਗਿਆ ਜੀ। ਔਰ ਇਸ ਕਰਕੇ ਇਹ ਵੀ ਹੈ ਕਿਉਂਕਿ 12 ਵਜੇ ਤੋਂ 3 ਵਜੇ ਤੱਕ ਜਿਹੜੀ ਕਾਲ ਸੀ ਉਹ ਪੂਰੀ ਹੋ ਚੁੱਕੀ ਹੈਗੀ ਆ। ਚੱਕਾ ਜਾਮ ਦਾ ਜਿਹੜਾ ਸੱਦਾ ਸੀ ਉਹ ਖੋਲ੍ਹ ਦਿੱਤਾ ਗਿਆ ਹੈਗਾ ਕਿਉਂਕਿ ਕਿਸਾਨਾਂ ਦੇ ਸੀ ਕਿ ਅਸੀਂ ਇੱਕ ਮੈਸੇਜ ਦੇਣਾ, ਸੁਨੇਹਾ ਦੇਣਾ। ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹੈਗੇ ਕਿ ਇਸ ਤੋਂ ਵੱਡਾ ਕੀ ਸਬੂਤ ਹੋ ਸਕਦਾ। ਔਰ ਸਭ ਤੋਂ ਵੱਡੀ ਗੱਲ ਹੈ ਕਿ 3 ਵੱਜ ਚੁੱਕੇ ਨੇ, ਜਿਹੜਾ ਇਹ ਸੰਘਰਸ਼ ਉਹ ਰਾਹ ਖੋਲ੍ਹ ਦਿੱਤਾ ਹੈਗਾ। ਇਹ ਪ੍ਰਧਾਨ ਜੀ ਨੇ ਪਿੰਡੂ ਸੰਘਰਸ਼ ਕਮੇਟੀ ਦੇ 3 ਵੱਜ ਗਏ ਜੀ, ਮੈਸੇਜ ਪਹੁੰਚ ਗਿਆ ਜੀ। ਤੇ ਹੁਣ ਅਸੀਂ ਗੱਡੀ ਵੀ ਹੈ ਅੱਜ ਉਰੇ ਜੋ ਅਸੀਂ ਰੋਕ ਲਾਈ ਹੋਈ ਸੀ, ਅਸੀਂ ਤਾਂ ਇੱਕ ਇਸ ਚੌਂਕ ਦੀ ਲਾਈ ਸੀ, ਲੇਕਿਨ ਮੇਰੇ ਪਾਸ ਹੁਣੀ ਰਿਪੋਰਟ ਆਈ ਹੈ ਪਿਛਲੇ ਚੌਂਕ ਤੇ ਵੀ ਲੱਗਿਆ ਹੋਇਆ ਜਾਮ, ਇੱਧਰ ਅੱਗੇ ਵੀ ਜਾਮ ਲੱਗਿਆ ਹੋਇਆ। ਇਸ ਕਰਕੇ ਸਾਨੂੰ ਪਤਾ ਲੱਗ ਰਿਹਾ ਹੈ ਵੀ ਪੂਰੀ ਦੁਨੀਆ ਸਾਡੇ ਨਾਲ ਹੈ, ਪਿੰਡ ਵੀ ਨਾਲ ਨੇ, ਸੈਕਟਰ ਵੀ ਨਾਲ ਨੇ, ਕਲੋਨੀਆਂ ਵੀ ਸਾਡੇ ਨਾਲ ਨੇ। ਕਿਸਾਨ ਲੱਗਦਾ ਕਿ ਬਿੱਲ ਵਾਪਸ ਹੋਣਗੇ, ਜ਼ਰੂਰ ਬਿੱਲ ਵਾਪਸ ਲੈਣੇ ਪੈਣਗੇ ਜੀ ਇਹਨੂੰ। ਜੇ ਮੰਨ ਲਓ ਸਾਡੀਆਂ ਜਿੰਨੀਆਂ ਸਾਰੀਆਂ ਕਮੇਟੀਆਂ ਹੈਗੀਆਂ ਨੇ ਸਾਰੀਆਂ ਮੰਨ ਲਓ ਉਹ ਇਕੱਠੀਆਂ ਨੇ ਤੇ ਇਹਨਾਂ ਨੂੰ ਲੈਣਾ ਹੀ ਪੈਣਾ ਕਿਉਂਕਿ ਹਰ ਇੱਕ ਤਬਕਾ ਹੀ ਇਹਨਾਂ ਤੋਂ ਦੁਖੀ ਹੈ, ਅਮੀਰ ਗਰੀਬ ਕੀ ਸਾਰਾ। ਜਿਹੜਾ ਅੱਜ ਮੰਨ ਲਓ ਦਾਲ ਰੋਟੀ ਖਾਂਦਾ, ਅੰਨ ਖਾਂਦਾ, ਉਹਨੂੰ ਇਹਦੇ ਨਾਲ ਸਾਥ ਦੇਣਾ ਹੀ ਪੈਣਾ। ਅੱਛਾ ਪਹਿਲਾਂ ਤਾਂ ਐ ਸੀ ਕਿ ਇਕੱਲੇ ਕਿਸਾਨ ਹੀ ਕਿਸਾਨਾਂ ਦਾ ਮਸਲਾ ਹੈ, ਪਰ ਨਹੀਂ, ਇਹ ਸਾਰੀਆਂ ਮੰਨ ਲਓ ਜਿੰਨੇ ਵੀ ਕਮੇਟੀਆਂ ਮੰਨ ਲਓ ਸਾਰੇ ਅਦਾਰੇ ਹੈਗੇ ਨੇ, ਕੋਈ ਜ਼ਿਮੀਂਦਾਰ ਹੈ, ਕੋਈ ਦੁਕਾਨਦਾਰ ਹੈ, ਅੱਜ ਜੇ ਇਕੱਠੇ ਨਹੀਂ ਹੁੰਦੇ ਇਹ ਜਿੰਨੀਆਂ ਵੀ ਦੁਕਾਨਾਂ ਸਾਰੀਆਂ ਬੰਦ ਹੋ ਜਾਣਗੀਆਂ। ਇਹਨਾਂ ਵੱਡੇ ਘਰਾਣਿਆਂ ਨੇ ਆਪਣਾ ਰਾਜ ਕਰਨਾ ਹੈ। ਪਰ ਸਰਕਾਰ ਤਾਂ ਕਹਿ ਰਹੀ ਹੈਗੀ ਕਿ ਮੁਸ਼ਕਲ ਜਿਹਾ ਲੱਗਦਾ ਸਰਕਾਰ ਨੂੰ। ਤੇ ਨਹੀਂ ਮੁਸ਼ਕਲ ਕਿਉਂ ਲੱਗਦਾ ਸਾਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਇਹ ਸਰਕਾਰ ਹੈ, ਲੋਕ ਮਤ ਨਾਲ ਚੁਣੀ ਵੀ ਸਰਕਾਰ ਹੈ, ਅਸੀਂ ਲੋਕਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਬਣਾਇਆ। ਇਹ ਤਾਨਾਸ਼ਾਹੀ ਰਵੱਈਆ ਕਿਉਂ ਬਣਾ ਰਹੀ ਆ? ਇਹ ਇਸ ਤਰ੍ਹਾਂ ਦਾ ਦੁਨੀਆ 'ਚ ਤਾਂ ਕਿਤੇ ਹੁੰਦਾ ਨਹੀਂ ਆ। ਸਾਡਾ ਮੋਦੀ ਨੂੰ ਪਹਿਲਾ ਬੰਦਾ ਹੈ ਜਿਹੜਾ ਇਸ ਤਰ੍ਹਾਂ ਟਰੀਟ ਕਰ ਰਿਹਾ ਆਪਣੀ ਜਨਤਾ ਨੂੰ, ਇਸ ਤਰ੍ਹਾਂ ਟਰੀਟ ਕਰ ਰਿਹਾ। ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ। ਲੋਕਾਂ ਦੀ ਸਲਾਹ ਨਾਲ ਜੋ ਵੀ ਕੋਈ ਕਾਨੂੰਨ ਬਣਾਉਣਾ ਹੈ ਦੁਬਾਰਾ ਬਣਾ ਲਵੇ, ਲੋਕਾਂ ਦੀ ਕਮੇਟੀਆਂ ਬਣਾ ਕੇ, ਲੋਕਾਂ ਦੇ ਨੁਮਾਇੰਦਿਆਂ ਨੂੰ ਵਿੱਚ ਲੈ ਕੇ, ਕਿਸਾਨਾਂ ਦੇ ਨੁਮਾਇੰਦਿਆਂ ਨੂੰ ਵਿੱਚ ਲੈ ਕੇ, ਮਾਹਰਾਂ ਨੂੰ ਵਿੱਚ ਲੈ ਕੇ ਨਵੇਂ ਕਾਨੂੰਨ ਬਣਾਏ ਜਾ ਸਕਦੇ ਆ। ਉਸ ਤੋਂ ਕੋਈ ਰੋਕ ਨਹੀਂ ਹੈ, ਕੋਈ ਵੀ ਕਾਨੂੰਨ ਚੇਂਜ ਕਰਿਆ ਜਾ ਸਕਦਾ, ਪਰ ਲੋਕਾਂ ਦੀ ਸਲਾਹ ਨਾਲ। ਉਹ ਕਹਿੰਦੇ ਪੰਜਾਬ ਵਾਲੇ ਜਿੰਦਾਬਾਦ ਜਿੰਦਾਬਾਦ। ਦੇਖੋ ਜਿਹੜੇ ਲੋਕ ਗੱਡੀਆਂ 'ਚ ਵੀ ਜਾ ਰਹੇ ਉਹ ਵੀ ਕਿਸਾਨਾਂ ਦੇ ਨਾਲ ਨੇ। ਮਜ਼ਦੂਰ ਏਕਤਾ
ਕਹਿ ਰਹੇ ਕਿ ਤਿਰੰਗੇ ਦਾ ਅਪਮਾਨ ਹੋਇਆ ਸੀ, ਲੇਕਿਨ ਕਿਸਾਨਾਂ ਦੇ ਹੱਥ ਦੇ ਵਿੱਚ ਤਿਰੰਗਾ ਵੀ ਹੈ ਤੇ ਆਪਣਾ ਉਹਨਾਂ ਦਾ ਨਿਸ਼ਾਨ ਵੀ ਹੈ। ਹਾਲਾਂਕਿ ਅਸੀਂ ਲੇਕਿਨ ਜਿਸ ਤਰ੍ਹਾਂ ਕਿਸਾਨ ਕਹਿ ਰਹੇ ਕਿ ਬਦਨਾਮ ਕਰਨ ਵਾਸਤੇ ਸਾਜ਼ਿਸ਼ਾਂ ਘੜੀਆਂ ਗਈਆਂ ਸੀ, ਲੇਕਿਨ ਹੱਥਾਂ ਦੇ ਵਿੱਚ ਤਿਰੰਗਾ ਸਰਕਾਰ ਦੇ ਬਹੁਤ ਸਾਰੇ ਲੋਕ ਕਹਿ ਰਹੇ ਕਿ ਕਿਸਾਨਾਂ ਨੇ ਤਿਰੰਗੇ ਦਾ ਅਪਮਾਨ ਕੀਤਾ। ਪ੍ਰਧਾਨ ਮੰਤਰੀ ਨੇ ਵੀ ਕਿਹਾ ਸੀ ਕਿ ਬਹੁਤ ਦਿਲ ਦੁਖਿਆ। ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਧੰਨਵਾਦ, ਕਿਉਂਕਿ ਮੀਡੀਆ ਸਭ ਤੋਂ ਵੱਡੀ ਰੋਲ ਹੈ। ਹਾਂਜੀ ਹਾਂਜੀ ਜੀ। ਦੂਜੀ ਗੱਲ ਬਾਈ ਜੀ, ਇਹ ਸਾਨੂੰ ਕੀ ਤਿਰੰਗੇ ਦਾ ਸਿਖਾਉਣਗੇ? ਫੌਜ ਦੇ ਵਿੱਚੋਂ ਸਾਡੇ ਜਵਾਨ ਸ਼ਹੀਦ ਹੋ ਗਏ ਨਾ, ਤਿਰੰਗਿਆਂ 'ਚ ਲਿਪਟ ਕੇ ਆਉਂਦੇ ਨੇ ਵਾਪਸ ਘਰਾਂ ਨੂੰ। ਉਹ ਤਿਰੰਗੇ ਦਾ ਅਪਮਾਨ ਨਹੀਂ ਕੀਤਾ ਉਹਨਾਂ ਨੇ, ਜਿਹੜੇ ਗਏ ਆ ਮੰਨਿਆ ਉਹਨਾਂ ਨੇ ਗਲਤ ਕੀਤਾ ਆ, ਪਰ ਤਿਰੰਗੇ ਤੋਂ ਥੱਲੇ ਉਹਨਾਂ ਨੇ ਖਾਲਸਾ ਪੰਥ ਦਾ ਨਿਸ਼ਾਨ ਲਾਇਆ, ਖਾਲਸਾ ਹੀ ਨਿਸ਼ਾਨ ਨਹੀਂ ਕੋਈ ਵੀ ਲਾਇਆ। ਤਿਰੰਗਾ ਸਾਡੇ ਹੱਥ 'ਚ ਹੈ, ਤਿਰੰਗਾ ਸਾਡੇ ਦਿਲ 'ਚ ਹੈ, ਔਰ ਇਹਦੇ ਲਈ ਅਸੀਂ ਜੋ ਵੀ ਹੋਇਆ ਅਸੀਂ ਤਿਰੰਗੇ ਲਈ ਕਰਾਂਗੇ, ਮਾਣ ਸਨਮਾਨ ਪੂਰਾ ਕਰਾਂਗੇ। ਅੱਛਾ, ਇੱਕ ਹੋਰ ਇੱਕ ਕਿਸਾਨ ਉੱਥੇ ਸ਼ਹੀਦ ਹੋਇਆ ਸੀ, ਉਹਦੀ ਜਿਹੜੀ ਲਾਸ਼ ਉਹ ਤਿਰੰਗੇ 'ਚ ਲਪੇਟੀ ਗਈ, ਉਹਦੇ ਖਿਲਾਫ ਵੀ ਕੇਸ ਦਰਜ ਕਰਤਾ। ਇਹ ਗਲਤ ਹੋਇਆ ਕਿ ਜਾਂ ਡਰਾਇਆ ਧਮਕਾਇਆ ਜਾ ਰਿਹਾ? ਨਹੀਂ, ਡਰਾਇਆ ਧਮਕਾਈ ਜਾ ਰਿਹਾ। ਤਿਰੰਗੇ 'ਚ ਪਾਉਣ ਦਾ ਕੋਈ ਐਂ ਤਾਂ ਨਹੀਂ। ਹੁਣ ਜਿਹੜੇ ਫੌਜੀ ਆਉਂਦੇ ਆਪਣੇ ਉਹਦੇ ਤਿਰੰਗੇ 'ਚ ਆਉਂਦੇ, ਇਹ ਤਾਂ ਗਲਤ ਹੈ। ਇਹਦਾ ਮੁੜ ਕੇ ਜਿਹੜਾ ਕਹਿ ਰਿਹਾ, ਮੈਨੂੰ ਪਤਾ ਲੱਗਿਆ, ਮੈਂ ਅੱਜ ਅਖਬਾਰ ਪੜ੍ਹਿਆ ਹੈ ਵੀ ਉਹਦੀ ਸਿਸਟਰ, ਮੇਰੇ ਖਿਆਲ ਮਦਰ ਤੇ ਕੇਸ ਦਰਜ ਹੋਇਆ। ਬਿਲਕੁਲ ਸਾਰਾ ਗਲਤ, ਅਸੀਂ ਉਹਨੂੰ ਨਿੰਦਦੇ ਹਾਂ। ਤੇ ਉਹ ਗੋਲੀ ਦੇ ਨਾਲ ਮਾਰਿਆ ਗਿਆ, ਨਾਲੇ ਜਿਹੜੇ ਟਰੈਕਟਰ ਦੇ ਨਾਲ ਪੁੱਠਾ ਹੋ ਕੇ ਮਰਿਆ ਹੈ, ਉਹਦੇ ਗੋਲੀ ਲੱਗੀ ਹੈ ਬੰਦੇ ਤੇ। ਉਹਨਾਂ ਨੇ ਆਪਣੇ ਡਾਕਟਰਾਂ ਨੂੰ ਮਿਲ ਕੇ ਉਹ ਕਹਤੇ ਮੈਡੀਕਲ ਜੀ ਨਹੀਂ ਗੋਲੀ ਦੇ ਨਾਲ ਮਰਿਆ, ਸਿੱਧੂ ਦੀ ਗੋਲੀ ਇੱਥੇ ਲੱਗੀ ਹੈ ਤੇ ਉਹ ਟਰੈਕਟਰ ਦੇ ਕੰਟਰੋਲ ਤੋਂ ਬਾਹਰ ਹੋ ਗਏ ਤੇ ਟਰੈਕਟਰ ਪੁੱਠਾ ਹੋਇਆ। ਇਹ ਤਾਂ ਗਵਰਨਮੈਂਟ ਨਾਲ ਮਿਲ ਕੇ ਜਿਹੜੀ ਕਈ ਮੋਦੀ ਮੀਡੀਆ ਉਹ ਵੀ ਕਰਦੇ ਆ, ਤੇ ਇਸ ਕਰਕੇ ਉਹ ਪੂਰੀਆਂ ਖਬਰਾਂ ਨਹੀਂ ਦਿਖਾ ਰਹੇ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਅੱਜ ਅਸੀਂ ਸਾਰੇ ਜਿਹੜੇ ਚੰਡੀਗੜ੍ਹ ਦੇ ਵਾਸੀ ਇਕੱਲੇ ਕੋਨੇ ਤੇ ਸਰਕਾਰ ਦਾ ਪਿੱਟ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਸਾਡਾ ਕਨਸਟੀਟਿਊਸ਼ਨ ਆ ਉਹ ਇਹ ਕਹਿੰਦਾ ਵੀ ਕਦੇ ਵੀ ਕੋਈ ਕਾਨੂੰਨ ਇਹੋ ਜਿਹੇ ਨਹੀਂ ਬਣਾਏ ਜਾਂਦੇ ਜਿਹੜੇ ਲੋਕਾਂ ਦੇ ਹਿੱਤ ਵਾਸਤੇ ਨਾ ਹੋਣ। ਇਹ ਕਾਲੇ ਕਾਨੂੰਨ ਜਿਹੜੇ ਮੋਦੀ ਸਰਕਾਰ ਨੇ ਬਣਾਏ ਨੇ, ਇਹ ਲੋਕਾਂ ਦੇ ਹਿੱਤ ਲਈ ਨਹੀਂ। 70% ਤੋਂ ਜ਼ਿਆਦਾ ਜਿਹੜੀ ਜਨਤਾ ਇਸ ਕਾਨੂੰਨਾਂ ਨੂੰ ਰੱਦ ਕਰਨ ਲਈ ਲੱਗੀ ਹੈ। ਆ ਮੇਰੀ ਬੇਟੀ 5 ਸਾਲ ਦੀ ਆ, ਇਹ ਵੀ ਆਈ ਇਸ ਸੰਘਰਸ਼ ਦੇ ਵਿੱਚ ਹਿੱਸਾ ਲੈਣ ਲਈ। ਹਰ ਇੱਕ ਬੱਚੇ ਆਇਆ, ਬੱਚਾ ਅੱਜ ਅਸੀਂ ਚੰਡੀਗੜ੍ਹ ਦੇ ਹਰ ਇੱਕ ਕੋਨੇ ਦੇ ਉੱਤੇ ਚੱਕਾ ਜਾਮ ਕਰਨ ਲਈ ਸਹਿਯੋਗ ਦਿੱਤਾ। ਸਾਡੀ ਮੋਦੀ ਸਰਕਾਰ ਨੂੰ, BJP ਸਰਕਾਰ ਨੂੰ ਬੇਨਤੀ ਆ ਕਿ ਕਾਲੇ ਕਾਨੂੰਨ ਬਿਨਾਂ ਸ਼ਰਤ ਤੋਂ ਇਹਨਾਂ ਨੂੰ ਰੱਦ ਕੀਤੇ ਜਾਣ, ਤਾਂ ਕਿ ਜਿਹੜਾ ਮਾਹੌਲ ਆ ਸ਼ਾਂਤਮਈ ਬਣਿਆ ਰਹੇ। ਜੇ ਅਜਿਹੇ ਕਾਨੂੰਨ ਸਰਕਾਰ ਸਾਡੇ ਤੇ ਥੋਪਦੀ ਆ ਤਾਂ ਬਹੁਤ ਮਾੜੀ ਗੱਲ ਆ ਉਹਨਾਂ ਦੀ। ਸਾਨੂੰ ਹੱਥ ਬੰਨ੍ਹ ਕੇ ਸਾਡੀ ਸਾਰੇ ਬੱਚੇ ਦੀ, ਚੰਡੀਗੜ੍ਹ ਵਾਸੀਆਂ ਦੀ, ਪੰਜਾਬ ਵਾਸੀਆਂ ਦੀ, ਹਰਿਆਣਾ ਵਾਸੀਆਂ ਦੀ ਅਪੀਲ ਆ ਮੋਦੀ ਸਰਕਾਰ ਨੂੰ ਵੀ ਉਹ ਕਾਲੇ ਕਾਨੂੰਨ ਜਲਦੀ ਵਾਪਸ ਲੈ ਲੇ। ਅਜਿਹਾ ਨਾ ਹੋਵੇ ਕਿ ਫਿਰ ਜਿਹੜਾ 1984 ਵਾਲੇ ਦੰਗੇ ਹੋਣ ਤੋਂ ਬਾਅਦ ਉਹ ਵਾਪਸ ਕਰੇ। ਸਾਡੀ ਬੇਨਤੀ ਆ ਸਰਕਾਰ ਨੂੰ ਬਾਰ-ਬਾਰ ਵੀ ਕਾਲੇ ਕਾਨੂੰਨ ਆ ਜਿਹੜੇ ਉਹ ਰੱਦ ਕੀਤੇ ਜਾਣ। ਧੰਨਵਾਦ ਜੀ। ਅੱਛਾ, ਉਹ ਵਾਰ-ਵਾਰ ਕਹਿ ਰਹੇ ਨੇ ਕਿ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਸਮੱਸਿਆ, ਬਾਕੀ ਤੇ ਦੇਸ਼ ਸਾਰਾ ਠੀਕ ਹੈ ਜੀ। ਉਹ ਤਾਂ ਜੀ ਅੱਜ ਦੇ ਇਕੱਠ ਤੋਂ ਹੀ ਪਤਾ ਲੱਗਦਾ। ਜਿਹੜੇ 5 ਬਾਰਡਰ ਨੇ ਉੱਥੇ ਦਿੱਲੀ ਦੇ ਵਿੱਚ ਲੱਗੇ ਹੋਏ, ਉੱਥੇ ਕਰੋੜਾਂ ਦੀ ਤਾਦਾਦ ਵਿੱਚ ਹੈ ਕਿ ਪੰਜਾਬ ਦੇ ਹੀ ਸਾਰੇ ਚਲੇ ਗਏ, ਸਾਰੇ ਹਿੰਦੁਸਤਾਨ ਵਿੱਚੋਂ। ਉੱਥੇ ਸਾਰਿਆਂ ਨੂੰ ਇਤਰਾਜ਼ ਹੈ। ਇਹ ਗੌਰਮੈਂਟ ਝੂਠਾ ਵੈਸੇ ਹੀ ਬਣਾਈ ਜਾਂਦੀ ਹੈ ਵੀ ਪੰਜਾਬ ਨੂੰ ਹੈ, ਸਾਰੇ ਸਟੇਟਾਂ ਨੂੰ ਹੈ। ਨੈਸ਼ਨਲ ਮੀਡੀਆ ਨੂੰ ਨਾ ਉਹ ਬਾਰਡਰ ਦਿਖਾਉਣੇ ਚਾਹੀਦੇ ਆ ਜਿੱਥੇ ਆਉਂਦੇ। ਤਾਮਿਲਨਾਡੂ ਦੇ ਕਿਸਾਨ ਆਉਂਦੇ ਆ, ਗੁਜਰਾਤ ਦੇ ਕਿਸਾਨ ਆਉਂਦੇ ਆ, ਰਾਜਸਥਾਨ ਦੇ ਕਿਸਾਨ ਆਉਂਦੇ ਆ, ਔਰ ਉੱਥੇ ਦੇ ਮਜ਼ਦੂਰ ਜਥੇਬੰਦੀਆਂ ਵੀ ਆ ਰਹੀਆਂ। ਸਾਡੇ ਰਾਸ਼ਟਰੀ ਚੈਨਲ ਉਹ ਤਾਂ ਦਿਖਾਉਂਦੇ ਨਹੀਂ ਆ ਜੋ ਉੱਥੇ ਆ ਰਹੇ ਆ। ਇਹ ਤਾਂ ਦਿਖਾਉਂਦੇ ਆ, ਇਹ ਤਾਂ ਸੈਲੀਬ੍ਰਿਟੀਆਂ ਦੇ ਦਿਖਾਉਂਦੇ ਆ, ਉਹਨਾਂ ਦੇ ਟਵੀਟ ਦਿਖਾਉਂਦੇ ਆ, ਉਹ ਚੀਜ਼ਾਂ ਦਿਖਾਉਂਦੇ ਆ। ਜਿਹੜੀ ਚੀਜ਼ ਦਿਖਾਉਣੀ ਆ, ਸਾਰਾ ਹਿੰਦੁਸਤਾਨ ਜਾਗ ਪਿਆ। ਕੇਰਲਾ ਸਰਕਾਰ ਨੇ ਵੀ ਇਹਨਾਂ ਕਾਨੂੰਨਾਂ ਦੇ ਖਿਲਾਫ ਉਹਨਾਂ ਨੇ ਵੀ ਮਤਾ ਪਾ ਚੁੱਕਿਆ। ਜਦ ਕੇਰਲਾ ਪਾ ਸਕਦਾ ਹੈ ਬਿਲਕੁਲ ਸਾਊਥ 'ਚ ਜਾ ਕੇ, ਤਾਂ ਫਿਰ ਦੇਸ਼ ਦਾ ਕੋਨਾ ਕਿਹੜਾ ਬਚਿਆ? ਅੱਛਾ, ਮਹਿਸੂਸ ਕਰਦੇ ਕਿ ਇਦਾਂ ਦੀਆਂ ਗੱਲਾਂ ਕਰਕੇ ਸੈਂਟਰ ਸਰਕਾਰ ਪੰਜਾਬ ਨੂੰ ਬਾਕੀ ਸੂਬੇ ਨਾਲੋਂ ਵੱਖਰਾ ਵੇਖ ਰਹੀ ਹੈ, ਅੱਡ ਕਰਨ ਦੀ ਕੋਸ਼ਿਸ਼ ਤੇ ਲੱਗੀ ਹੋਈ? ਹਾਂ, ਹਮੇਸ਼ਾ ਹੀ ਸੈਂਟਰ ਦੀ ਤਾਂ ਕੋਸ਼ਿਸ਼ ਇਹੀ ਰਹਿੰਦੀ ਆ ਵੀ ਇਸ ਨੂੰ ਇੱਕ ਵੱਖਵਾਦੀ ਅੰਦੋਲਨ ਜਿਹਾ ਬਣਾ ਦਿਆ ਜਾਵੇ। ਸਿਰਫ ਪੰਜਾਬੀਆਂ ਦੇ ਸਿਰ ਮੜ ਕੇ ਵੀ ਇਹੀ ਬੈਠੇ ਆ, ਬਾਕੀਆਂ ਦੇ ਕੋਈ ਸਿਰ 'ਚ ਦਰਦ ਨਹੀਂ ਹੈ। ਜਦ ਕਿ ਇਹ ਸਾਰੇ ਹਿੰਦੁਸਤਾਨ ਦੇ ਮਿਹਨਤਕਸ਼ ਲੋਕਾਂ ਦੀ ਲੜਾਈ ਹੈ, ਔਰ ਇਹ ਆ ਚੁੱਕੀ ਹੈ ਸੜਕਾਂ 'ਤੇ, ਔਰ ਇਹ ਆਖਰੀ ਲੜਾਈ ਆਪਣੀ ਲੜ ਰਹੇ ਆ ਉਹ, ਔਰ ਲੜेंगे। ਸਾਨੂੰ ਆਸ ਹੈ, ਉਹਨਾਂ ਤੋਂ ਆਸ ਹੈ, ਇਹ ਲੜਾਈ ਜਿੱਤਣ ਤੱਕ ਲੜਾਂਗੇ। ਮੈਂ ਇੱਕ ਹੋਰ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਮੋਦੀ ਜੀ ਨੇ ਆ ਸਾਡੇ ਨਾਲ ਤੀਜੀ ਵਾਰ ਇਹ ਪੰਗਾ ਲਿਆ। ਪਹਿਲਾਂ ਇਹਨਾਂ ਨੇ ਭਾਖੜਾ 'ਚੋਂ ਪਾਣੀ ਛੱਡਿਆ, ਜਦ ਕਿ ਉੱਥੇ ਪੰਜਾਬ ਦੇ ਵੀ ਬੈਠੇ ਨੇ, ਹਰਿਆਣੇ ਦੇ ਵੀ ਬੈਠੇ ਨੇ, ਰਾਜਸਥਾਨ ਦੇ ਵੀ ਬੈਠੇ ਨੇ। ਉਹ ਇਸ ਕਰਕੇ ਜਾਂਚ ਕਰਕੇ ਬੈਠੇ ਨੇ ਕਿ ਕਿੰਨਾ ਪਾਣੀ ਓਵਰਲੋਡ ਹੋ ਰਿਹਾ। ਉੱਥੇ ਜਾਣ ਕੇ ਰਾਤ ਨੂੰ ਸਾਰੇ ਹੜ੍ਹ ਲਿਆਣ ਤੇ ਉਹਨਾਂ ਨੇ, ਤਾਂ ਕਿ ਪੰਜਾਬ ਜਿਹੜਾ
ਉੱਥੇ ਕਸ਼ਮੀਰ ਦੇ ਵੀ 370 ਧਾਰਾ ਹਟਾਈ ਸੀਗੀ, ਉਹਦੇ ਖਿਲਾਫ ਅਸੀਂ ਬੋਲ ਰਹੇ ਸੀਗੇ। ਅਸੀਂ ਗਰੀਬਾਂ ਦੀਆਂ ਕੁੜੀਆਂ ਨੂੰ ਉੱਥੇ ਛੱਡ ਕੇ ਆ ਰਹੇ ਸੀਗੇ। ਉਸ ਟਾਈਮ ਪੰਜਾਬ ਨੂੰ ਕੁਚਲਣ ਦੀ ਕੋਸ਼ਿਸ਼ ਆ। ਪੂਰੀ ਕੁਚਲਣ ਦੀ ਕੋਸ਼ਿਸ਼ ਹੈ। ਖੁਦ ਇੱਥੇ ਦੀਆਂ ਸਰਕਾਰਾਂ ਅਜੇ ਤੱਕ ਉਹਨਾਂ ਦਾ ਹਿੰਮਤ ਨਹੀਂ ਪਈ ਕਿ ਮੋਦੀ ਸਰਕਾਰ ਨੂੰ ਸਿੱਧੀ ਟੱਕਰ ਲੈ ਲੇ। ਉਹ ਤਾਂ ਬੈਨਰ ਵੀ ਲੁਕੋਈ ਜਾਂਦੇ ਪਿੱਛੇ ਡਰਦੇ ਮਾਰੇ। ਨਾ ਪੰਥ ਰਿਹਾ ਸਾਡਾ, ਨਾ ਸਾਡੀ ਕਿਸਾਨੀ ਰਹੀ, ਰਾਜਨੀਤੀਆਂ ਨੇ। ਤੁਸੀਂ ਕੀ ਕਹਿਣਾ ਚਾਹੋਗੇ ਜੀ? ਅਸੀਂ ਐਂ ਕਹਿਣਾ ਚਾਹੁੰਦੇ ਆ ਜੀ, ਦੇਖੋ ਜਿੱਥੇ ਕਿਸਾਨ ਹੋਊਗਾ ਜੀ ਅਸੀਂ ਖੜਾਂਗੇ, ਚਾਹੇ ਸਾਨੂੰ ਕੁਝ ਵੀ ਕਰਨਾ ਪੈ ਜਾਵੇ, ਲੜਨਾ ਪੈ ਜਾਵੇ, ਮਰਨਾ ਪੈ ਜਾਵੇ, ਪਰ ਜਿੱਥੇ ਸਾਨੂੰ ਕਿਸਾਨ ਦਿਖ ਗਿਆ ਤੇ ਜਿੱਥੇ ਇੱਕ ਹੋ, ਚਾਹੇ ਇੱਕ ਆ ਕਿਸਾਨ ਚਾਹੇ ਦੋ ਆ, ਉਹਦੇ ਨਾਲ ਜਾ ਕੇ ਖੜਾਂਗੇ ਜੀ। ਹਾਂ, ਤੇ ਜਿਵੇਂ ਉਹ ਕਹਿਣਗੇ ਉਵੇਂ ਕਰਾਂਗੇ ਜੀ। ਕਿਸੇ ਦੇ ਸਰਕਾਰ, ਕਿਸੇ ਲੀਡਰ ਪਿੱਛੇ ਨਹੀਂ ਲੱਗਾਂਗੇ, ਸਾਰੇ ਰਲੇ ਮਿਲੇ ਆ ਜੀ। ਤੇ ਸਾਡੀ ਕੋਈ ਸੁਣਦਾ ਨਹੀਂ, ਤੇ ਕਿਸਾਨਾਂ ਪਿੱਛੇ ਅਸੀਂ ਜਿੰਦ ਜਾਨ ਵਾਰ ਕੇ ਖੜਾਂਗੇ। ਤੁਸੀਂ ਕਹਿਣਾ ਚਾਹੋਗੇ ਜੀ? ਜਿਹੜਾ ਤਿਰੰਗੇ ਦੀ ਇਹ ਕਹਿੰਦੇ ਨੇ ਬਦਨਾਮੀ ਕੀਤੀ ਆ, ਬੇਇੱਜ਼ਤੀ ਕੀਤੀ ਆ, ਉਹ ਤਿਰੰਗੇ ਨੂੰ ਲੈਣ ਵਾਲੇ ਅਸੀਂ ਆ। ਆਜ਼ਾਦੀ ਦੀ ਜਿਹੜੀ ਜੰਗ ਸੀਗੀ, ਲੜਨ ਦੇ ਵਿੱਚ ਫਰੰਟ 'ਚ ਅਸੀਂ ਰਹੇ ਹਾਂ ਅਤੇ ਇਸ ਤਿਰੰਗੇ ਨੂੰ ਅਸੀਂ ਲਹਿਰਾਇਆ। ਜਿਸ ਤਿਰੰਗੇ ਨੂੰ ਜਲਾਉਣ ਤੋਂ ਬਾਅਦ ਇਹ ਅੱਜ ਰਾਜ ਕਰ ਰਹੇ ਨੇ ਤੇ ਸਾਨੂੰ ਉਹਨਾਂ ਨੇ ਪਿੱਛੇ ਕਰਤਾ। ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਜਦੋਂ ਕੋਈ ਸਿੱਖ ਰਾਜ ਹੋਏਗਾ ਉਹਦੇ 'ਚ ਸੈਕੰਡ ਪੋਸਟ ਜਿਹੜੀ ਉਹ ਸਿੱਖਾਂ ਦੀ ਹੋਏਗੀ, ਲੇਕਿਨ ਅੱਜ ਕੱਲ੍ਹ ਕੋਈ ਪੋਸਟ ਨਹੀਂ ਦਿੱਤੀ। ਜਿਹੜੇ ਇਹਨਾਂ ਨੇ ਆਪਣੇ ਨਾਲ ਲਾਏ ਉਹ ਖਰੀਦ ਲਏ ਹੋਏ ਨੇ। ਉਹ ਜੋ ਇਹ ਕਹਿੰਦੇ ਨੇ ਉਹ ਕਰਦੇ ਨੇ। ਉਹਦਾ ਸਦਕਾ ਇਹ ਰਿਜ਼ਲਟ ਨਿਕਲਿਆ ਕਿ ਜਿਹੜੇ ਸਾਡੇ ਲੀਡਰ ਸੀ ਉਹਨੂੰ ਪਤਾ ਨਹੀਂ ਲੱਗਾ ਉੱਥੇ ਕੀ ਕਰਦੇ ਰਹੇ। ਜਿਹੜੇ ਉਹਨਾਂ ਨੇ ਜਿੱਥੇ ਦਸਤਖਤ ਕਰਕੇ ਆਏ, ਅੱਜ ਸਾਨੂੰ ਉਹਨਾਂ ਦੀ ਸਮਝ ਲੱਗੀ ਤੇ ਸਾਨੂੰ ਅੱਜ ਦਿੱਲੀ ਜਾ ਕੇ ਰੋਲਣਾ ਪਿਆ। ਇਸ ਜਿਹੜਾ ਜੋ ਕੁਝ ਦਿੱਲੀ ਤੋਂ ਜਿੱਤ ਹੋਏਗੀ ਜੀ ਕਿਸਾਨਾਂ ਦੀ, ਕਿਸਾਨਾਂ ਦੀ ਜਿੱਤ ਜ਼ਰੂਰ ਹੋਏਗੀ, ਪਰ ਅਸੀਂ ਸਿਆਣੇ ਆ, ਸਾਨੂੰ ਇਹ ਸੋਝੀ ਆ ਕਿ ਇਹ ਇੰਨੇ ਨਰਮਾਈ ਨਾਲ ਨਹੀਂ ਸਾਨੂੰ ਕੁਝ ਵੀ ਦੇਣ ਲੱਗੇ। ਹੋ ਸਕਦਾ ਇਹ ਕਿਸਾਨਾਂ ਤੇ ਗੋਲੀਆਂ ਚਲਾਉਣ ਤੇ ਅਸੀਂ ਇਹਨਾਂ ਨੂੰ ਵਾਰਨਿੰਗ ਦਿੰਦੇ ਆ ਕਿ ਜਿਨ੍ਹਾਂ ਕਿਸਾਨਾਂ ਤੇ ਅਗਰ ਤੁਹਾਂ ਗੋਲੀਆਂ ਚਲਾਈਆਂ ਉਹ ਮਰੇ, ਉਹਨਾਂ ਦੇ ਬੱਚੇ ਫੌਜ ਵਿੱਚ ਕਿਤੇ ਫੌਜ ਜਿਹੜੀ ਉਹ ਮਿਊਟ ਨਹੀਂ ਕਰਕੇ ਤੁਹਾਡੇ ਗਲ ਨਾ ਪੈ ਜਾਵੇ ਕਿ ਤੁਹਾਨੂੰ ਦਿੱਲੀ ਛੱਡ ਕੇ ਭੱਜਣਾ ਪਵੇ। ਇਹਨਾਂ ਨੂੰ ਵਾਰਨਿੰਗ ਦਿੰਦੇ ਇਸ ਗੱਲ ਤੋਂ, ਇਹ ਆਪਣਾ ਆਪ ਨੂੰ ਸੰਭਾਲੋ ਜੀ। ਮੈਂ ਸਰ ਇੱਕ ਵਾਰੀ ਸਰ ਢੋਲੀ ਵੀ ਨੇ, ਤੁਸੀਂ ਕਹਿਣਾ ਚਾਹੋਗੇ? ਮੈਂ ਇੱਕ ਬੱਬੂ ਮਾਨ ਦਾ ਗਾਣਾ ਬਹੁਤ ਆਇਆ ਸੀਗਾ ਜੀ, ਉਹ ਮੈਂ ਸੁਣਾਉਣਾ ਚਾਹੁੰਦਾ ਜੀ। ਕਿਸਾਨਾਂ ਬਾਰੇ ਗਾਣਾ। ਕਦੇ ਮੋਟਰ ਸੜ ਗਈ, ਕਦੇ ਬੋਰ ਖੜ ਗਿਆ, ਕਦ ਪੈਂਦਾ ਸੋਕਾ, ਕਦ ਸਭ ਕੁਝ ਹੜ ਗਿਆ। ਕਿਸ਼ਤਾਂ ਬੈਂਕ ਦੀਆਂ ਟੁੱਟ ਗਈਆਂ, ਕਿਸ਼ਤਾਂ ਬੈਂਕ ਦੀਆਂ ਟੁੱਟ ਗਈਆਂ। ਹੋ ਆ ਕੇ ਚੜ ਗਿਆ ਟਾਣਾ, ਜੱਟ ਦੀ ਜੂਨ ਬੁਰੀ, ਤੜਫ ਤੜਫ ਮਰ ਜਾਣਾ। ਜੱਟ ਦੀ ਜੂਨ ਬੁਰੀ, ਰਿੜਕ ਰਿੜਕ ਮਰ ਜਾਣਾ। ਬਿਲਕੁਲ ਜੀ, ਇਹ ਜਿਹੜਾ ਮਸਲਾ ਹੈਗਾ, ਕਿਉਂਕਿ ਮਸਲਾ ਕਿਸਾਨਾਂ ਦਾ ਹੈਗਾ, ਦੇਸ਼ ਦਾ। ਲੇਕਿਨ ਉਹ ਵੱਖਰੀ ਗੱਲ ਹੈ ਕਿ ਹਾਲੇ ਤੱਕ ਕਿਸਾਨਾਂ ਦਾ ਮੰਨਣਾ ਹੈ ਕਿ ਸਰਕਾਰ ਨਹੀਂ ਜਿੱਥੇ ਤੱਕ ਕਿਸਾਨਾਂ ਦਾ ਮਸਲਾ ਕਿ ਕਿਸਾਨ ਕਹਿ ਰਹੇ ਕਿ ਸਰਕਾਰ ਬਿੱਲ ਰੱਦ ਨਹੀਂ ਕਰਨਾ ਚਾਹੁੰਦੀ। ਲੇਕਿਨ ਇਹ ਕਿਸਾਨਾਂ ਦੀ ਜਿਹੜੀ ਲੜਾਈ ਆ, ਸੰਘਰਸ਼ ਆ, ਇਹ ਤਦ ਤੱਕ ਜਾਰੀ ਰਹੇਗੀ ਜਦ ਤੱਕ ਸੈਂਟਰ ਸਰਕਾਰ ਬਿੱਲ ਰੱਦ ਨਹੀਂ ਕਰਦੀ। ਕਿਉਂਕਿ ਰੱਦ ਹੋਣਗੇ ਤੇ ਤਾਂ ਹੀ ਗੱਲ ਬਣਨੀ ਆ, ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਆ। ਇਸੇ ਕਰਕੇ ਕਿਸਾਨ ਸੰਘਰਸ਼ ਕਰ ਰਹੇ ਨੇ। 200 ਤੋਂ ਵੱਧ ਕਿਸਾਨ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਨੇ। ਪਰ ਇਹ ਲੜਾਈ ਦਾ ਐਂਡ ਕੀ ਹੋਏਗਾ? ਕਿਸਾਨ ਇਹੀ ਕਹਿ ਰਹੇ ਨੇ ਕਿ ਜਦ ਤੱਕ ਜਿਹੜੇ ਬਿੱਲ ਰੱਦ ਨਹੀਂ ਹੁੰਦੇ ਤਦ ਤੱਕ ਉਹਨਾਂ ਦੀ ਲੜਾਈ ਜਾਰੀ ਰਹੇਗੀ। ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ, NB ਨਿਊਜ਼, ਮੋਹਾਲੀ।